किसान रोह नूं वेखदिआं ना चाहुंदिआं भी 100 गंढे ਅਤੇ 100 ਛਿੱਤਰ ਖਾਣ ਵਾਲੀ ਪੰਜਾਬੀ ਕਹਾਵਤ ਨੂੰ ਸੱਚ ਸਾਬਤ ਕਰਦਿਆਂ ਬਾਦਲ ਪਰਿਵਾਰ ਨੇ ਕੁਰਬਾਨੀਆਂ ਵਾਲਾ ਉਹ ਰਾਹ ਆਖਰ ਮਜਬੂਰੀ ਵਸ ਫੜ ਹੀ ਲਿਆ, ਜਿਸ ਦੀ ਫੜ ਸੁਖਬੀਰ ਸਿੰਘ ਬਾਦਲ ਪਿਛਲੇ ਕੁਝ ਦਿਨਾਂ ਤੋਂ ਮਾਰ ਰਹੇ ਸਨ। ਉਮੀਦ ਨਹੀਂ ਸੀ ਕਿ ਕਿਸਾਨ ਸੰਘਰਸ਼ ਇਸ ਹੱਦ ਤੱਕ ਪਹੁੰਚ ਜਾਵੇਗਾ ਕਿ ਮੰਤਰੀ ਦੀ ਉਹ ਕੁਰਸੀ ਛੱਡਣੀ ਪਵੇਗੀ ਜਿਸ ਲਈ ਪੰਥ ਅਤੇ ਸਿੱਖੀ ਵੀ ਗਹਿਣੇ ਪਾ ਛੱਡੀ ਸੀ। ਖੈਰ ਵਕਤ ਦਾ ਗੇੜ ਹੈ। ਚੀਚੀ ਨੂੰ ਲਹੂ ਲਵਾ ਸ਼ਹੀਦ ਬਣਨ ਵਿੱਚ ਮਾਹਰ ਬਾਦਲ ਲਾਣੇ ਦੀਆਂ ਇਹਨਾਂ ਲੂੰਬੜ ਚਾਲਾਂ ਨੂੰ ਹੁਣ ਜਨਤਾ ਜਾਣ ਚੁੱਕੀ ਹੈ ਅਤੇ ਸਿਆਸਤ ਨੂੰ ਨੇੜਿਓਂ ਵੇਖਣ ਵਾਲੇ ਮਾਹਿਰ ਵੀ ਮੰਨਦੇ ਹਨ ਕਿ ਬੇਸ਼ੱਕ ਅਕਾਲੀ ਦਲ ਨੇ ਡੈਮੇਜ ਕੰਟਰੋਲ ਦੀ ਕੋਸ਼ਿਸ਼ ਤਾਂ ਕੀਤੀ ਹੈ, ਪਰ ਅਗਲਾ ਰਾਹ ਹੁਣ ਸ਼੍ਰੋਮਣੀ ਅਕਾਲੀ ਦਲ ਲਈ ਸੁਖਾਲਾ ਨਹੀਂ ਰਹਿਣ ਵਾਲਾ ਹੈ। ਕੇਂਦਰ ਦੀ ਸਰਕਾਰ ਨੇ ਜਿਹੜੇ ਆਰਡੀਨੈਂਸ ਲੈ ਕੇ ਆਏ ਆਪਣੇ ਵੱਲੋਂ ਕਿਸਾਨਾਂ ਦੇ ਭਲੇ ਵਾਸਤੇ ਲੈ ਕੇ ਆਏ ਨੇ, ਲੇਕਿਨ ਜੇ ਦੇਸ਼ ਦਾ ਕੋਈ ਕਿਸਾਨ, ਖਾਸ ਤੌਰ ਤੇ ਮੇਰੇ ਆਪਣੇ ਕਿਸਾਨ ਵੀਰ ਜਿਨ੍ਹਾਂ ਕਰਕੇ ਮੈਂ ਅੱਜ ਇੱਥੇ ਤਾਈਂ ਪਹੁੰਚੀ ਹਾਂ, ਜੇ ਉਹਨਾਂ ਦੇ ਮਨ 'ਚ 19-21 ਦੀ ਵੀ ਸ਼ੰਕਾ ਹੈ, ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਹੈ ਨਾ ਸ਼ੰਕਿਆਂ ਨੂੰ ਦੂਰ ਕਰਨ ਵਾਸਤੇ, ਲੇਕਿਨ ਜੇ ਮੈਂ ਉਹਨਾਂ ਦੀ ਸ਼ੰਕਾ ਦੂਰ ਨਹੀਂ ਕਰ ਸਕੀ, ਮੈਂ ਸਮਝਦੀ ਸੀ ਕਿ ਸਰਕਾਰ, ਕੇਂਦਰ ਦੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਦੇ ਵਾਸਤੇ ਬਿੱਲ ਆਏ ਨੇ ਉਹਨਾਂ ਦੀ ਸ਼ੰਕਾਵਾਂ ਦੂਰ ਕਰਕੇ ਫਿਰ ਇਹ ਬਿੱਲ ਲਾਇਆ ਜਾਏ। ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਕਿਸਾਨਾਂ ਦੀ ਸ਼ੰਕਾਵਾਂ ਨੂੰ ਦੂਰ ਕਰੇ ਬਿਨਾਂ ਹੀ ਪਾਰਲੀਮੈਂਟ 'ਚ ਇਹ ਬਿੱਲ ਲਾਇਆ ਗਿਆ ਤੇ ਇੱਕ ਬਹੁਮਤ ਦੇ ਕਾਰਨ ਇਹਨੂੰ ਪਾਸ ਕਰਨ ਦਾ ਕੰਮ ਜਦ ਫੈਸਲਾ ਹੋਇਆ ਤੇ ਮੇਰੀ ਜ਼ਮੀਰ ਨੇ ਇਸ ਗੱਲ ਨੂੰ ਨਹੀਂ ਮੰਨਿਆ ਕਿ ਮੈਂ ਇਹੋ ਜਿਹੇ ਇੱਕ ਐਕਟ ਦਾ ਹਿੱਸਾ ਬਣਾ ਜਿਹਦੇ ਨਾਲ ਮੇਰੇ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਭਵਿੱਖ ਵਿੱਚ ਨੁਕਸਾਨ ਹੋਊਗਾ, ਜਿਹਦੇ ਕਰਕੇ ਮੈਂ ਆਪਣੇ ਮੰਤਰੀ ਪਦ ਤੋਂ ਅਸਤੀਫਾ ਦੇ ਕੇ ਉਹਦੇ ਬਾਅਦ ਪਾਰਲੀਮੈਂਟ ਵਿੱਚ ਆ ਕੇ ਇੱਕ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਤੇ ਆਪਣੇ ਸੂਬੇ ਦੇ ਭੈਣ ਭਰਾ, ਕਿਸਾਨ ਵੀਰ, ਮਜ਼ਦੂਰ ਵੀਰ, ਆੜਤੀਏ ਵੀਰ, ਇਸ ਉਹਨਾਂ ਆਰਡੀਨੈਂਸ ਦੀ ਉਹਨਾਂ ਦੀ ਆਵਾਜ਼ ਬਣ ਕੇ ਇਸ ਆਰਡੀਨੈਂਸ ਦੇ ਖਿਲਾਫ अपनी सरकार के खिलाफ आवाज वोट। हरसिमरत कौर बादल दा केंद्री मंत्री मंडल तो अस्तीफा किसान अंदोलन की पहली जित है। विरोध के बावजूद केंद्र सरकार खेती ऑर्डीनेंस नूं कानूनी रूप देने लई वजिद है। लोक सभा विच तिन्ने बिल्लां नूं मंजूरी दित्ती जा चुकी है। माहिरां दा मनना है कि असल विच लड़ाई फेडरलिज्म के मुद्दे ते होनी है। अकाली दल अपनी विरासत मुताबक इस लड़ाई की अगवाई करन दी समर्था रखदा है जां नहीं, यह लगभग 100 साल पुरानी पार्टी के भविख की होंद नाल भी जुड़िया मसला है। जानकारां अनुसार अकाली दल लई एनडीए दा हिस्सा बने रहना संभव नहीं होवेगा। जिन्ना लंबा यह रिश्ता होर खिंचा जावेगा, पार्टी नूं नुकसान ही होवेगा। हरियाणा विच भी जननायक जनता पार्टी दे आगू दुष्यंत चौटाला उत्ते अस्तीफा देण लई दबाव वध रहा है। भाजपा दी केंद्रीकरण ਅਤੇ किसान विरोधी नीति कारण सहयोगी साथ छड्डण ਲੱਗੇ ਹਨ। अर्थ शास्त्री सुच्चा सिंह गिल ने कहा कि हरसिमरत कौर बादल ਦੇ ਅਸਤੀਫੇ ਨਾਲ ਕਿਸਾਨਾਂ ਦੇ ਜਿੱਤ ਦਾ ਇੱਕ ਪੜਾਅ ਪਾਰ ਕਰ ਲਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸਾਲ 2004 ਤੋਂ ਬਾਅਦ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਇੱਕ ਪਾਸੇ ਖੜੀਆਂ ਦਿਖਾਈ ਦੇ ਰਹੀਆਂ ਹਨ। ਜੀਐਸਟੀ ਨਾਲ ਸੰਘੀ ਢਾਂਚੇ ਦਾ ਮੁੱਦਾ ਮੁੜ ਉਭਰਨ ਲੱਗਿਆ ਹੈ। ਖੇਤੀ ਕਾਨੂੰਨ ਇਸ ਵਿੱਚ ਭੂਮਿਕਾ ਨਿਭਾਉਣਗੇ। ਪ੍ਰੋਫੈਸਰ ਗਿੱਲ ਨੇ ਕਿਹਾ ਕਿ ਲੜਾਈ ਲੰਬੀ ਚੱਲਣ ਦੀ ਸੰਭਾਵਨਾ ਹੈ। ਕਿਸਾਨਾਂ ਅਤੇ ਸੂਬੇ ਦੀ ਲੜਾਈ ਲਈ ਮੁੜ ਪੈਰ ਜਮਾਉਣ ਵਾਸਤੇ ਅਕਾਲੀ ਦਲ ਲਈ ਮੌਕਾ ਵੀ ਹੈ। ਇਸ ਵਾਸਤੇ ਪਾਰਟੀ ਨੂੰ ਮੋਰਚਾ ਲਾਉਣ ਬਾਰੇ ਵਿਚਾਰ ਕਰਨੀ ਹੋਵੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਨੇ ਕਿਹਾ ਕਿ ਮੁੱਦਿਆਂ ਦੀ ਸਿਆਸਤ ਦੀ ਜਗ੍ਹਾ ਭੀੜ ਇਕੱਠੀ ਕਰਨ ਵਾਲੀ ਸਿਆਸਤ ਨੇ ਲੈ ਲਈ ਹੈ। ਕਿਸਾਨੀ ਮੁੱਖ ਤੌਰ ਉੱਤੇ ਅਕਾਲੀ ਦਲ ਦੇ ਨਾਲ ਰਹੀ ਹੈ। ਸਾਲ 2017 ਵਿੱਚ ਇਸ ਵੋਟ ਬੈਂਕ ਨੂੰ ਖੋਰਾ ਲੱਗਿਆ ਸੀ ਕਿਉਂਕਿ ਅਕਾਲੀ ਦਲ ਸਾਹਮਣੇ ਭਰੋਸੇਯੋਗਤਾ ਦਾ ਸੰਕਟ ਹੈ। ਖੱਬੇ ਪੱਖੀ ਪਹਿਲਾਂ ਦੀ ਤਰ੍ਹਾਂ ਹੀ ਵੋਟ ਸਿਆਸਤ ਵਿੱਚ ਜ਼ਿਆਦਾ ਜਗ੍ਹਾ ਨਹੀਂ ਰੱਖਦੇ। ਕੈਪਟਨ ਅਮਰਿੰਦਰ ਸਿੰਘ ਸਾਲ 2004 ਦੇ ਪਾਣੀਆਂ ਦੇ ਮੁੱਦੇ ਦੀ ਤਰ੍ਹਾਂ ਆਰਡੀਨੈਂਸ ਉੱਤੇ ਵਿਰੋਧ ਜਤਾ ਕੇ ਮੁੜ ਸੱਤਾ ਦੀ ਕੋਸ਼ਿਸ਼ ਵਿੱਚ ਹੈ। ਹਾਲਾਂਕਿ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਮਾਮਲਾ ਨੀਤੀਗਤ ਹੈ। ਇਹ ਭਾਜਪਾ ਜਾਂ ਕਾਂਗਰਸ ਕੋਈ ਵੀ ਹੋਵੇ, ਉਸਨੇ ਇਸੇ ਦਿਸ਼ਾ ਵਿੱਚ ਜਾਣਾ ਹੈ। ਆਮ ਆਦਮੀ ਪਾਰਟੀ ਕੋਲ ਕਿਸਾਨਾਂ ਦੀ ਨੁਮਾਇੰਦਗੀ ਕਰਨ ਦਾ ਪ੍ਰਭਾਵ ਦੇਣ ਵਾਲਾ ਕੋਈ ਵੱਡੇ ਕੱਦ ਦਾ ਆਗੂ ਹੀ ਨਹੀਂ। ਉਸ ਨੂੰ ਅਕਾਲੀ ਕਾਂਗਰਸ ਦੀ ਨਾਰਾਜ਼ਗੀ ਤੋਂ ਲਾਭ ਮਿਲਣ ਦਾ ਹੀ ਭਰੋਸਾ ਹੈ। ਪਿੰਡਾਂ ਦੀ ਸਿਆਸਤ ਧੜਿਆਂ ਵਿੱਚ ਵੰਡ ਚੁੱਕੀ ਹੈ। ਅਕਾਲੀ ਭਾਜਪਾ ਦੇ 10 ਸਾਲਾਂ ਦੌਰਾਨ ਭਾਈਚਾਰਕ ਸਾਂਝ ਵਿੱਚ ਵੀ ਵੱਡੀ ਗਿਰਾਵਟ ਆਈ ਹੈ। ਪ੍ਰੋਫੈਸਰ ਸੇਖੋਂ ਅਨੁਸਾਰ ਤਾਕਤ ਕੇਂਦਰਿਤ ਹੋ ਰਹੀ ਹੈ ਅਤੇ ਡਰ ਅਤੇ ਸਹਿਮ ਵਿਕੇਂਦਰਿਤ ਹੋ ਰਹੇ ਹਨ। ਕੇਂਦਰੀ ਏਜੰਸੀਆਂ ਦਾ ਡਰ ਖੇਤਰੀ ਪਾਰਟੀਆਂ ਦੇ ਆਗੂਆਂ ਨੂੰ ਡਰਾ ਰਿਹਾ ਹੈ। ਦੇਸ਼ ਵਿੱਚ ਵਿਰੋਧੀ ਧਿਰ ਦੇ ਨਾਮ ਉੱਤੇ ਕੁਝ ਵੀ ਪ੍ਰਭਾਵਸ਼ਾਲੀ ਨਹੀਂ। ਇਹ ਹਾਲਤ ਐਮਰਜੈਂਸੀ ਨਾਲੋਂ ਵੀ ਖਤਰਨਾਕ ਹਨ। ਅਜਿਹੇ ਸਮੇਂ ਫੈਡਰਲਿਜ਼ਮ ਦੀ ਲੜਾਈ ਦੇ ਯੋਗ ਆਗੂ ਚਾਹੀਦੇ ਹਨ ਜੋ ਮੌਜੂਦਾ ਪਾਰਟੀਆਂ ਵਿੱਚ ਦਿਖਾਈ ਨਹੀਂ ਦਿੰਦੇ। ਅਸਤੀਫੇ ਤੋਂ ਪਿੱਛੋਂ ਵੀ ਕੇਂਦਰ ਆਪਣੇ ਤਰੀਕੇ ਨਾਲ ਕੰਮ ਕਰੇਗੀ ਤਾਂ ਸੂਬੇ ਦੀ ਸਥਿਤੀ ਹਾਸੋਹੀਣੀ ਹੋ ਜਾਵੇਗੀ, ਕਿਉਂਕਿ ਅਕਾਲੀ ਦਲ ਵਿੱਚ ਵੀ ਹੁਣ ਐਮਰਜੈਂਸੀ ਵਾਂਗ ਲੜਨ ਦੀ ਤਾਕਤ ਦਿਖਾਈ ਨਹੀਂ ਦਿੰਦੀ। ਜੇਕਰ ਅਕਾਲੀ ਦਲ ਜੰਮੂ ਕਸ਼ਮੀਰ ਨੂੰ ਤੋੜ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਤੱਕ ਸੀਮਿਤ ਕਰ ਦੇਣ ਦੇ ਮੌਕੇ 5 ਅਗਸਤ 2019 ਨੂੰ ਸਰਕਾਰ ਵੱਲੋਂ ਬਾਹਰ ਆ ਜਾਂਦਾ ਤਾਂ ਪਾਰਟੀ ਦੀਆਂ ਜੜ੍ਹਾਂ ਮੁੜ ਲੱਗ ਸਕਦੀਆਂ ਸਨ। ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ
ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਦਾ ਕਹਿਣਾ ਹੈ ਕਿ ਜਮਹੂਰੀਅਤ ਵਿੱਚ ਡੂੰਘੇ ਸੰਕਟ ਜਾਂ ਫਿਰ ਲਹਿਰਾਂ ਦੌਰਾਨ ਹੀ ਤਬਦੀਲੀਆਂ ਆਉਂਦੀਆਂ ਹਨ। ਦੇਸ਼ ਆਰਥਿਕ ਤੌਰ ਉੱਤੇ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ। ਇਸ ਦਾ ਲਾਭ ਉਠਾ ਕੇ ਹੀ ਭਾਜਪਾ ਸਰਕਾਰ ਲੋਕ ਵਿਰੋਧੀ ਅਤੇ ਫੈਡਰਲਿਜ਼ਮ ਦੇ ਖਿਲਾਫ ਫੈਸਲੇ ਲੈ ਰਹੀ ਹੈ। ਅਕਾਲੀ ਆਗੂ ਜੇ ਜ਼ਮੀਨ ਨਾਲ ਜੁੜੇ ਰਹਿੰਦੇ ਤਾਂ ਹੀ ਮੁਸ਼ਕਲ ਕਰ ਸਕਦੇ ਸੀ। ਲੋਕਾਂ ਅੰਦਰ ਗੁੱਸਾ ਤਾਂ ਬਹੁਤ ਹੈ, ਪਰ ਇਸ ਨੂੰ ਸਿਆਸੀ ਰੂਪ ਦੇਣ ਵਾਲੀ ਦਮਦਾਰ ਲੀਡਰਸ਼ਿਪ ਦਾ ਸੰਕਟ ਹੈ। ਪ੍ਰੋਫੈਸਰ ਆਸ਼ੂਤੋਸ਼ ਅਨੁਸਾਰ ਅਕਾਲੀ ਦਲ ਦੇ ਅੰਦੋਲਨ ਦਾ ਰੂਪ ਅਖਤਿਆਰ ਕਰਨ ਦੀ ਸੰਭਾਵਨਾ ਬਾਰੇ ਉਹਨਾਂ ਨੂੰ ਭਰੋਸਾ ਨਹੀਂ, ਕਿਉਂਕਿ ਪਿਛਲੇ ਸਮਿਆਂ ਦੌਰਾਨ ਆਗੂ ਸੁਵਿਧਾਵਾਂ ਅਤੇ ਪਦਾਰਥਕ ਸੁੱਖਾਂ ਵੱਲ ਪੈ ਗਏ ਹਨ। ਭਾਜਪਾ ਲਗਾਤਾਰ ਹੰਕਾਰੀ ਹੁੰਦੀ ਜਾ ਰਹੀ ਹੈ। ਅਜਿਹੇ ਮੌਕੇ ਲੋਕਾਂ ਦਾ ਗੁੱਸਾ ਇਕੱਠਾ ਹੋ ਕੇ ਕਿਸੇ ਪਾਸੇ ਨਿਕਲਣਾ ਤਾਂ ਜ਼ਰੂਰ ਹੈ, ਪਰ ਅਜੇ ਕਿਸੇ ਸਿਆਸੀ ਤਬਦੀਲੀ ਦੀ ਤੁਰੰਤ ਸੰਭਾਵਨਾ ਨਜ਼ਰ ਨਹੀਂ ਆਉਂਦੀ। ਉਧਰ ਸਿਆਸੀ ਧਿਰਾਂ ਵੀ ਲਗਾਤਾਰ ਅਕਾਲੀ ਦਲ ਤੇ ਚੋਭਾ ਮਾਰ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਸੰਸਦ 'ਚ ਪੇਸ਼ ਕੀਤੇ 3 ਖੇਤੀ ਆਰਡੀਨੈਂਸ ਦੇ ਵਿਰੋਧ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਅਸਤੀਫੇ ਨੂੰ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿਆਸੀ ਡਰਾਮਾ ਕਰਾਰ ਦਿੱਤਾ ਹੈ। ਮੰਤਰੀ ਰੰਧਾਵਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਬਾਦਲ ਵਾਕਿਆ ਹੀ ਕਿਸਾਨ ਵਿਰੋਧੀ ਆਰਡੀਨੈਂਸ ਦੇ ਵਿਰੋਧ ਤੇ ਪੰਜਾਬ ਕਿਸਾਨੀ ਦੇ ਹਿੱਤ ਲਈ ਖੜਾ ਹੋਇਆ ਹੈ ਤਾਂ ਉਸ ਨੂੰ ਭਾਜਪਾ ਨਾਲੋਂ ਨਾਤਾ ਤੋੜਨਾ ਚਾਹੀਦਾ ਹੈ, ਨਾ ਕਿ ਕੇਂਦਰੀ ਮੰਤਰੀ ਦਾ ਅਹੁਦਾ ਛੱਡ ਕੇ ਸਿਆਸੀ ਡਰਾਮਾ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਦਾ ਤਾਂ ਇਹ ਹਾਲ ਹੈ ਕਿ ਤਲਾਕ ਵੀ ਦਿਆਂਗੀ ਤੇ ਰਹਾਂਗੀ ਵੀ ਤੁਹਾਡੇ ਘਰ ਵਿੱਚ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਨੂੰ ਵੱਡੇ ਹਮਲੇ ਕਰਦਿਆਂ ਘੇਰਿਆ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਇੱਕ ਸਿਆਸੀ ਢੌਂਗ ਦੱਸਿਆ ਅਤੇ ਕਿਹਾ ਕਿ ਜੇ ਵਾਕਈ ਬਾਦਲਾਂ ਨੂੰ ਕਿਸਾਨੀ ਪ੍ਰਤੀ ਦੁੱਖ ਹੁੰਦਾ ਤਾਂ ਅਸਤੀਫਾ ਪਹਿਲਾਂ ਆਉਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਹਰਸਿਮਰਤ ਨੇ ਆਪਣੀ ਕੁਰਸੀ ਅਤੇ ਕਿਸਾਨਾਂ ਲਈ ਆਪਣਾ ਵਿਸ਼ਵਾਸ ਦੋਵੇਂ ਗਵਾ ਲਏ ਹਨ। ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਬਾਦਲਾਂ ਨੇ ਕੁਝ ਦਿਨ ਪਹਿਲਾਂ ਇਸ ਖੇਤੀ ਆਰਡੀਨੈਂਸ ਬਿੱਲ ਦੇ ਹੱਕ 'ਚ ਰੱਜ ਕੇ ਅਖਬਾਰਾਂ 'ਚ ਤਾਰੀਫਾਂ ਕੀਤੀਆਂ ਸਨ ਕਿ ਬਿੱਲ ਪੰਜਾਬ ਦੀ ਕਿਸਾਨੀ ਲਈ ਠੀਕ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਸੋਸ਼ਲ ਮੀਡੀਆ ਜ਼ਰੀਏ ਇਸ ਬਿੱਲ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ, ਪਰ ਜਦੋਂ ਹੁਣ ਕਿਸਾਨ ਸੜਕਾਂ ਤੇ ਨਿਤਰੇ ਤਾਂ ਇਹਨਾਂ ਬੇਤੁਕਾ ਡਰਾਮਾ ਕਰਕੇ ਬੀਬੀ ਬਾਦਲ ਕੋਲੋਂ ਅਸਤੀਫਾ ਦਵਾ ਦਿੱਤਾ। ਇਹ ਸਿਰਫ ਤੇ ਸਿਰਫ ਦੋਗਲੀ ਰਾਜਨੀਤੀ ਹੈ। ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਨਾਲੋਂ ਸਿਆਸੀ ਤੌਰ ਤੇ ਸਿਧਾਂਤਕ ਤੋੜ ਵਿਛੋੜਾ ਨਹੀਂ ਕਰਦਾ, ਉਦੋਂ ਤੱਕ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਵਜ਼ਾਰਤ ਤੋਂ ਦਿੱਤੇ ਅਸਤੀਫੇ ਦੇ ਕੋਈ ਮਾਇਨੇ ਨਹੀਂ। ਉਹਨਾਂ ਕਿਹਾ ਕਿ ਕਿਸੇ ਵੇਲੇ ਅਕਾਲੀ ਦਲ ਖੇਤਰੀ ਪਾਰਟੀ ਬਣੀ ਸੀ ਜੋ ਰਾਜ ਦੇ ਵੱਧ ਅਧਿਕਾਰਾਂ ਤੇ ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਕਰਦੀ ਸੀ, ਪਰੰਤੂ ਹੁਣ ਅਕਾਲੀ ਦਲ ਵੱਲੋਂ ਆਪਣੇ ਅਸਲ ਸਿਧਾਂਤਾਂ ਨੂੰ ਤਲਾਂਜਲੀ ਦਿੱਤੀ ਗਈ ਹੈ, ਕਿਉਂਕਿ ਹੁਣ ਨਾ ਤਾਂ ਅਕਾਲੀ ਦਲ ਰਾਜਾਂ ਦੇ ਵੱਧ ਅਧਿਕਾਰ ਦੀ ਗੱਲ ਕਰਦਾ ਹੈ ਅਤੇ ਨਾ ਹੀ ਘੱਟ ਗਿਣਤੀਆਂ ਦੇ ਵੱਧ ਹੱਕਾਂ ਦੀ ਗੱਲ ਕਰਦਾ ਹੈ। ਕਿਸਾਨ ਬਿੱਲਾਂ ਉੱਤੇ ਬੋਲਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਸਿੱਧੇ ਨਿਸ਼ਾਨੇ ਸਾਧੇ ਨੇ। ਉਹਨਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਕੈਬਨਿਟ ਵਿੱਚੋਂ ਅਸਤੀਫਾ ਦਿੱਤਾ ਹੈ, ਇਹ ਸਿਰਫ ਇੱਕ ਡਰਾਮੇ ਤੋਂ ਵੱਧ ਕੁਝ ਨਹੀਂ। ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਪਰਿਵਾਰ ਦੇ ਡਰਾਮਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਢੀਂਡਸਾ ਨੇ ਬਾਦਲ ਪਰਿਵਾਰ ਤੇ ਤੰਜ ਕੱਸਦੇ ਹੋਏ ਕਿਹਾ ਕਿ ਉਂਗਲੀ ਤੇ ਖੂਨ ਲਗਾ ਕੇ ਸ਼ਹੀਦ ਅਖਵਾਉਣਾ ਚਾਹੁੰਦੇ ਹਨ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਖੇਤੀਬਾੜੀ ਬਿੱਲ ਦਾ ਸਮਰਥਨ ਕਰ ਰਿਹਾ ਸੀ, ਹੁਣ ਇਹ ਪੰਜਾਬ ਦਾ ਮਾਹੌਲ ਵੇਖਦੇ ਹੋਏ ਬਦਲ ਗਏ ਹਨ। ਉਹਨਾਂ ਕਿਹਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਗਲਤ ਬਿਆਨ ਦਵਾਇਆ ਸੀ ਅਤੇ ਹੁਣ ਯੂ ਟਰਨ ਲਿਆ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀਬਾੜੀ ਸੰਬੰਧੀ ਆਰਡੀਨੈਂਸ ਨੂੰ ਲੈ ਕੇ ਪੰਜਾਬ ਸਿਆਸਤ ਗਰਮਾ ਗਈ ਹੈ। ਕਿਸਾਨ ਵਿਰੋਧੀ ਆਰਡੀਨੈਂਸ ਵਿਰੁੱਧ ਬੀਤੇ ਦਿਨੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਅਸਤੀਫਾ ਰਾਤੋਂ ਰਾਤ ਸਵੀਕਾਰ ਵੀ ਕਰ ਲਿਆ ਗਿਆ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਹਰਸਿਮਰਤ ਬਾਦਲ ਦਾ ਅਸਤੀਫਾ ਮਰੇ ਦੇ ਮੂੰਹ ਵਿੱਚ ਪਾਣੀ ਪਾਉਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਜੇਕਰ ਅਸਤੀਫਾ 2 ਮਹੀਨੇ ਪਹਿਲਾਂ ਉਸ ਸਮੇਂ ਦਿੱਤਾ ਹੁੰਦਾ ਜਦੋਂ ਇਹ ਬਿੱਲ ਕੈਬਨਿਟ ਵਿੱਚ ਆਇਆ ਸੀ ਤਾਂ ਇਹ ਨੌਬਤ ਨਹੀਂ ਸੀ ਆਉਣੀ। ਉਸ ਸਮੇਂ ਭਾਜਪਾ ਨੂੰ ਮਜਬੂਰਨ ਇਹ ਬਿੱਲ ਰੋਕਣਾ ਪੈਣਾ ਸੀ, ਪਰ ਉਦੋਂ ਇਹਨਾਂ ਨੇ ਕੈਬਨਿਟ ਤੇ ਲੋਕਾਂ ਵਿੱਚ ਇਹਨਾਂ ਬਿੱਲਾਂ ਦੀ ਹਮਾਇਤ ਕੀਤੀ ਸੀ। ਸੋ ਅਕਾਲੀ ਦਲ ਲਗਾਤਾਰ ਇਸ ਮਾਮਲੇ ਉੱਪਰ ਘਿਰਦਾ ਜਾ ਰਿਹਾ ਹੈ। ਪਰ ਇਸ ਦਰਮਿਆਨ ਸ਼ਰੀਕੇ 'ਚ ਦਿਓਰ ਲੱਗਦੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਭਰਜਾਈ ਹਰਸਿਮਰਤ ਕੌਰ ਬਾਦਲ ਤੇ ਸਿਆਸੀ ਭਵਿੱਖ ਤੇ ਵਿਅੰਗਮਈ ਟਿੱਪਣੀ ਕਰਦਿਆਂ ਦਾਅਵਾ ਕੀਤਾ ਹੈ ਕਿ ਹੁਣ ਉਹ ਇਸ ਜਨਮ 'ਚ ਕਦੇ ਕੇਂਦਰੀ ਵਜ਼ਾਰਤ ਦਾ ਹਿੱਸਾ ਨਹੀਂ ਹੋਵੇਗੀ। ਸਥਾਨਕ ਮਿੰਨੀ ਸਕੱਤਰੇਤ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਬਾਦਲ ਵੱਲੋਂ ਦਿੱਤੇ ਅਸਤੀਫੇ ਤੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਇਹ ਵੀ ਦੋਸ਼ ਲਗਾਏ ਕਿ ਅਕਾਲੀ ਦਲ ਅਤੇ ਭਾਜਪਾ ਰਲ ਮਿਲ ਕੇ ਨੂਰਾ ਕੁਸ਼ਤੀ ਲੜ ਰਹੇ ਹਨ ਅਤੇ ਅੰਦਰ ਖਾਤੇ ਦੋਨੋਂ ਇੱਕਮਿਕ ਹਨ। ਉਹਨਾਂ ਬੀਬੀ ਬਾਦਲ ਤੇ ਸਵਾਲਾਂ ਦੀ ਵਿਛਾੜ ਕਰਦਿਆਂ ਪੁੱਛਿਆ ਕਿ ਕੀ ਆਰਡੀਨੈਂਸ ਨੂੰ ਲਾਗੂ ਕਰਨ ਤੇ ਬਿੱਲਾਂ ਨੂੰ ਪਾਰਲੀਮੈਂਟ 'ਚ ਲਿਆਉਣ ਸਮੇਂ ਕੈਬਨਿਟ ਵਿੱਚ ਇਹ ਬਿੱਲ ਰੱਖੇ ਜਾਣ ਦੇ ਬਾਵਜੂਦ ਹਰਸਿਮਰਤ ਨੂੰ ਇਸ ਦੀਆਂ ਕਿਸਾਨ ਵਿਰੋਧੀ ਖਾਮੀਆਂ ਦਾ ਪਤਾ ਨਹੀਂ ਚੱਲਿਆ। ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਤੇ ਇਹਨਾਂ ਆਰਡੀਨੈਂਸ ਨੂੰ ਬਿੱਲ ਬਣਾਉਣ ਸੰਬੰਧੀ ਪੰਜਾਬ ਸਰਕਾਰ ਵੱਲੋਂ ਮੂਕ ਸਹਿਮਤੀ ਦੇਣ ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਵੀ ਰੱਦ ਕਰਦਿਆਂ ਵਿੱਤ ਮੰਤਰੀ ਨੇ ਆਪਣੀ ਮੌਜੂਦਗੀ ਵਾਲੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਦੇ ਰਿਕਾਰਡ ਨੂੰ ਜਾਰੀ ਕਰਦਿਆਂ ਦੱਸਿਆ ਕਿ ਇਸ ਬਿੱਲ ਦੇ ਲਾਗੂ ਹੋਣ ਨਾਲ ਪੰਜਾਬ ਤੇ ਹਰਿਆਣਾ ਵਰਗੇ ਖੇਤੀਬਾੜੀ ਰਾਜ ਅਤ ਪ੍ਰਭਾਵਿਤ ਹੋਣਗੇ। और मैं समझदा कि ये तो वही मुहावरा हो गया कि ऊपर से लड़ाई और अंदर से भाई भाई। ये ਨੂਰਾ ਕੁਸ਼ਤੀ ਦਾ ਖੇਡ ਖੇਡਿਆ ਜਾ ਰਿਹਾ। मैं ये मनण नूं तैयार नहीं
ਕਿ ਹਰਸਿਮਰਤ ਕੌਰ ਜਦੋਂ ਕੈਬਨਿਟ ਦੇ ਵਿੱਚ ਆਰਡੀਨੈਂਸ ਆਇਆ ਸੀ ਤਾਂ ਆਰਡੀਨੈਂਸ ਦੇ ਵਿੱਚ ਹਰਸਿਮਰਤ ਕੌਰ ਉਸ ਵੇਲੇ ਕੈਬਨਿਟ 'ਚ ਕੀ ਉਹਨਾਂ ਨੇ ਪੜ੍ਹਿਆ ਨਹੀਂ? ਮੈਂ ਮੰਨਣ ਨੂੰ ਤਿਆਰ ਨਹੀਂ ਕਿ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ। ਜਿਹੜੀ ਪਾਰਟੀ ਨੇ ਪਿਛਲੇ ਪੰਜਾਬ 'ਚ ਪਿਛਲੇ 20 ਸਾਲਾਂ 'ਚ 15 ਸਾਲ ਹੁਕੂਮਤ ਕੀਤੀ ਹੋਵੇ, ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਇਹ ਨਹੀਂ ਹੋਣਾ ਕਿ ਆਰਡੀਨੈਂਸ ਹੋਇਆ ਕੀ ਹੈ। ਦੂਸਰਾ ਕੀ ਹੁੰਦਾ ਹੈ ਕਿ ਜਦੋਂ ਆਰਡੀਨੈਂਸ ਨੂੰ ਬਿੱਲ ਦੀ ਸ਼ਕਲ 'ਚ ਲਿਆਉਣਾ ਹੁੰਦਾ ਹੈ, ਕੈਬਨਿਟ ਦੇ ਵਿੱਚ ਫਿਰ ਇਹ ਇਜਾਜ਼ਤ ਲੈਣੀ ਪੈਂਦੀ ਕਿ ਆਰਡੀਨੈਂਸ ਜਿਹੜਾ ਇਹਨੂੰ 4 ਮਹੀਨੇ 6 ਮਹੀਨੇ ਹੋ ਗਏ ਤੇ ਇਹ ਅਸੀਂ ਹੁਣ ਕੈਬਨਿਟ ਪਾਰਲੀਮੈਂਟ 'ਚ ਲੈ ਕੇ ਜਾਵਾਂਗੇ। ਉਸ ਵੇਲੇ ਵੀ ਹਰਸਿਮਰਤ ਕੌਰ ਨੂੰ ਇਹ ਯਾਦ ਨਹੀਂ ਆਇਆ ਕਿ ਅਸੀਂ ਮੈਂ ਉਸ ਵੇਲੇ ਇਹਦਾ ਵਿਰੋਧ ਕਰਾਂ। ਜਦੋਂ ਉਹਨਾਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਜਿਹੜਾ ਰੋਸ ਹੈ ਜਾਂ ਲੋਕਾਂ ਦਾ ਜਿਹੜਾ ਰੋਹ ਹੈ ਇੱਕ ਹੱਦ ਤੋਂ ਵੱਧ ਟੱਪ ਗਿਆ, ਸਾਡੀ ਜਿਹੜੀ ਹੁਣ ਜਿਹਨੂੰ ਸਿਆਸੀ ਪੋਲੀਟੀਕਲ ਸਰਵਾਈਵਲ ਜਿਹੜਾ ਹੈ ਉਹ ਸਟੇਕ ਤੇ ਆ ਗਿਆ, ਤਾਂ ਉਹਨਾਂ ਨੇ ਕੱਲ ਰਾਤ ਜਿਹੜਾ ਹੈ ਇਹ ਅਸਤੀਫਾ ਦਿੱਤਾ। ਉਹ ਕਹਿੰਦੇ ਵੀ ਝੂਠ ਜਮਾ ਝੂਠ ਇਜ਼ ਇਕੁਅਲ ਟੂ ਝੂਠ, ਸਿਫਰ ਜਮਾ ਸਿਫਰ ਇਜ਼ ਇਕੁਅਲ ਟੂ ਸਿਫਰ। ਇਹ ਸਮ ਟੋਟਲ ਹੈ ਅਕਾਲੀ ਦਲ ਦੀ ਗੇਮ ਦਾ। ਪਰ ਇਸ ਤੋਂ ਬਾਅਦ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਕੀ ਅਸਤੀਫਿਆਂ ਤੋਂ ਬਾਅਦ ਤੇ ਅਕਾਲੀ ਦਲ ਦੇ ਮੌਜੂਦਾ ਸਟੈਂਡ ਤੋਂ ਬਾਅਦ ਬੀਜੇਪੀ ਅਕਾਲੀ ਦਲ ਦੇ ਸਬੰਧਾਂ ਵਿੱਚ ਕੋਈ ਤਰੇੜ ਆਵੇਗੀ? ਇਹ ਵੱਡਾ ਸਵਾਲ ਹੈ। ਕਰੀਬ ਪਿਛਲੇ 25 ਸਾਲਾਂ ਤੋਂ ਅਕਾਲੀ ਭਾਜਪਾ ਗੱਠਜੋੜ ਚੱਲਦਾ ਆ ਰਿਹਾ ਹੈ ਅਤੇ ਕਈ ਵਾਰ ਦੋਹਾਂ ਪਾਰਟੀਆਂ ਵਿਚਕਾਰ ਖਟਾਸ ਵੀ ਆਈ, ਪਰ ਵੱਡੇ ਬਾਦਲ ਵਿਚਕਾਰ ਪੈ ਕੇ ਮਾਮਲਾ ਸੁਲਝਾ ਲੈਂਦੇ ਸਨ। ਪਰ ਜਦੋਂ ਦੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਬਣੇ ਹਨ, ਉਦੋਂ ਤੋਂ ਭਾਜਪਾ ਲੀਡਰਸ਼ਿਪ ਲਗਾਤਾਰ ਅਕਾਲੀ ਦਲ ਤੋਂ ਦੂਰੀ ਬਣਾ ਕੇ ਚੱਲਦੀ ਆ ਰਹੀ ਹੈ। ਪਹਿਲਾਂ ਤਾਂ ਇਹ ਨਾਰਾਜ਼ਗੀ ਸਥਾਨਕ ਲੀਡਰਸ਼ਿਪ ਦੀ ਹੁੰਦੀ ਸੀ ਅਤੇ ਭਾਜਪਾ ਦੇ ਕੇਂਦਰੀ ਆਗੂ ਪੰਜਾਬ ਦੇ ਆਗੂਆਂ ਨੂੰ ਚੁੱਪ ਕਰਵਾ ਦਿੰਦੇ ਸਨ। ਹੌਲੀ-ਹੌਲੀ ਪੰਜਾਬ ਭਾਜਪਾ ਦੇ ਆਗੂਆਂ ਨੇ ਅਕਾਲੀ ਦਲ ਨੂੰ ਸਿੱਧੇ ਤੌਰ ਤੇ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਕਿ ਹੁਣ ਉਹ ਵੱਡੇ ਭਾਈ ਵਾਲੀ ਭੂਮਿਕਾ ਨਿਭਾਉਣਗੇ ਅਤੇ 59 ਸੀਟਾਂ ਤੇ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ। ਭਾਜਪਾ ਦੀ ਇਸ ਮੰਗ ਤੇ ਅਕਾਲੀ ਦਲ ਦੇ 2 ਨੰਬਰ ਦੇ ਆਗੂ ਤੜਫਦੇ ਵੀ ਦੇਖੇ ਗਏ, ਪਰ ਹਰਸਿਮਰਤ ਕੌਰ ਦੇ ਕੇਂਦਰੀ ਵਜ਼ਾਰਤ 'ਚ ਹੋਣ ਕਰਕੇ ਉਹਨਾਂ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਰਿਹਾ। ਖੇਤੀਬਾੜੀ ਆਰਡੀਨੈਂਸਾਂ ਸੰਬੰਧੀ ਬਿੱਲ ਨੂੰ ਲੈ ਕੇ ਜਿਸ ਵੇਲੇ ਮਸਲਾ ਪੂਰੀ ਤਰ੍ਹਾਂ ਪੱਕਿਆ ਹੋਇਆ ਸੀ ਅਤੇ ਕਿਸਾਨ ਜਥੇਬੰਦੀਆਂ ਬਾਦਲ ਪਰਿਵਾਰ ਨੂੰ ਭਾਜਪਾ ਦੇ ਬਰਾਬਰ ਦਾ ਜ਼ਿੰਮੇਵਾਰ ਮੰਨ ਰਹੀਆਂ ਸਨ, ਤਾਂ ਬੀਤੇ ਕੁਝ ਦਿਨਾਂ ਤੋਂ ਅਕਾਲੀ ਦਲ ਦੀ ਚਿੱਤੇ 'ਚ ਸੀ, ਕਿਉਂਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹਨਾਂ ਦੀ ਪਿੰਡੂ ਖੇਤਰਾਂ 'ਚ ਵੋਟ ਬਿਲਕੁਲ ਖਤਮ ਹੋ ਗਈ ਹੈ। ਅਚਾਨਕ ਅਕਾਲੀ ਆਗੂਆਂ ਨੇ ਸਿੱਖਾਂ ਦੀ ਪਾਰਟੀ ਕਹਿੰਦਿਆਂ ਕਿਸਾਨਾਂ ਦੀ ਪਾਰਟੀ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਅਗਲੇ ਦਿਨ ਕੇਂਦਰੀ ਵਜ਼ਾਰਤ ਤੋਂ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਵਾ ਦਿੱਤਾ। ਇੱਥੇ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਹਰਸਿਮਰਤ ਦਾ ਅਸਤੀਫਾ ਤੁਰੰਤ ਮਨਜ਼ੂਰ ਕਰ ਲਿਆ ਗਿਆ ਅਤੇ ਭਾਜਪਾ ਦੇ ਕਿਸੇ ਆਗੂ ਨੇ ਅਕਾਲੀ ਦਲ ਨਾਲ ਗੱਲ ਕਰਨੀ ਵੀ ਮੁਨਾਸਬ ਨਹੀਂ ਸਮਝੀ। ਜਿਵੇਂ ਹੀ ਇਹ ਗੱਲ ਅਕਾਲੀ ਆਗੂਆਂ ਨੂੰ ਪਤਾ ਲੱਗੀ ਕਿ ਭਾਜਪਾ ਆਗੂਆਂ ਨੇ ਸਾਡੀ ਬਾਤ ਹੀ ਨਹੀਂ ਪੁੱਛੀ, ਤਾਂ ਉਹਨਾਂ ਨੇ ਵੀ ਬਿਆਨ ਦੇਣੇ ਸ਼ੁਰੂ ਕਰ ਦਿੱਤੇ। ਅਕਾਲੀ ਦਲ ਦੇ ਸਾਂਸਦ ਬਲਵਿੰਦਰ ਸਿੰਘ ਭੁੰਦੜ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਉੱਤੇ ਕਿਹਾ ਕਿ ਪਾਰਟੀ ਲੋਕਾਂ ਦੇ ਲਈ ਹੈ ਅਤੇ ਅਕਾਲੀ ਦਲ ਨੇ ਪਹਿਲਾਂ ਅੰਗਰੇਜ਼ੀ ਹਕੂਮਤ ਦਾ ਵਿਰੋਧ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦਾ ਹੱਕ ਲਈ ਲੜਨ ਵਾਲੀ ਪਾਰਟੀ ਹੈ। ਉਹਨਾਂ ਕਿਹਾ ਕਿ ਹੁਣ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਅਤੇ ਕਿਸਾਨਾਂ ਦੇ ਸਮਰਥਨ ਵਿੱਚ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਹੈ। ਭੁੰਦੜ ਨੇ ਕਿਹਾ ਕਿ ਐਨਡੀਏ ਨਾਲ ਗੱਠਜੋੜ ਉੱਤੇ ਪਾਰਟੀ ਵਿਚਾਰ ਕਰ ਰਹੀ ਹੈ। ਨਾਲ ਹੀ ਕਿਹਾ ਕਿ ਅਕਾਲੀ ਦਲ ਨੂੰ ਭਾਜਪਾ ਦੀ ਵਿਸਾਖੀ ਦੀ ਲੋੜ ਨਹੀਂ ਹੈ। ਸੋ ਲਗਾਤਾਰ ਇਸ ਮੁੱਦੇ ਤੇ ਬਿਆਨਬਾਜ਼ੀ ਤਿੱਖੀ ਹੋ ਰਹੀ ਹੈ। ਆਉਂਦੇ ਦਿਨਾਂ 'ਚ ਮਾਮਲਾ ਕੀ ਰੁਖ ਅਖਤਿਆਰ ਕਰਦਾ ਹੈ, ਇਹ ਵੇਖਣਾ ਹੋਵੇਗਾ। सत श्री अकाल जी, मेरा नाम गुरजीत सिंह है एंड वी आर लोकेटेड इन खान मार्केट दिल्ली। We are a high-end electronic gadget store with IT and surveillance. We have a team of 35 dedicated people and we are authorized for more than 60 international brands which includes Nespresso, Dyson, Deviale, Bose, Apple, Blue Air, Honeywell, to name few of our customers, big corporate houses, business people, industrialists, politicians, they are all our customers. ਸਾਡੇ ਕੋਲ 5000 ਤੋਂ ਜ਼ਿਆਦਾ ਸੈਟੀਸਫਾਈਡ ਕਸਟਮਰਸ ਹੈਗੇ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਮੈਂ ਔਰ ਮੇਰੀ ਟੀਮ ਇਹਨਾਂ ਸਾਰਿਆਂ ਨੂੰ ਬਹੁਤ ਹੀ ਵਧੀਆ ਇੰਡੀਆ ਦੇ ਅੰਦਰ ਬੈਸਟ ਟੂ ਬੈਸਟ ਪ੍ਰੋਡਕਟਸ ਔਰ ਬੈਸਟ ਟੂ ਬੈਸਟ ਸਰਵਿਸਿਜ਼ ਪ੍ਰੋਵਾਈਡ ਕਰ ਸਕੀਏ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।